ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ ਪਲੇਟਫਾਰਮ ਮਾਸਟਰ ਕਲਾਸਿਸ ਪਟਿਆਲਾ 'ਤੇ। ਜਿਵੇਂ ਕਿ ਪਹਿਲਾਂ ਮੈਂ ਕੁਝ ਇੰਟਰੋਡਿਊਸ ਕਰਦਾ ਕਿ ਬੇਸਿਕਲੀ ਸਾਡੀ ਇਹ ਵੀਡੀਓ ਲਾਸਟ ਟਾਈਮ ਐਕਸਾਈਜ਼ ਦੀ ਸਟ੍ਰੈਟਜੀ ਵਾਸਤੇ ਆ। ਲਾਸਟ ਟਾਈਮ ਐਕਸਾਈਜ਼ ਅਤੇ ਪਟਵਾਰੀ ਦੀ ਸਟ੍ਰੈਟਜੀ ਕੀ ਹੋਣੀ ਚਾਹੀਦੀ ਹੈ। ਵੈਸੇ ਇਸ ਵੀਡੀਓ ਦਾ ਕੋਈ ਮਤਲਬ ਰਹਿ ਨਹੀਂ ਜਾਂਦਾ ਕਿਉਂਕਿ ਸਾਡੇ ਪੇਪਰ 'ਚ ਟਾਈਮ ਬਹੁਤ ਥੋੜ੍ਹਾ ਹੈ। ਖੈਰ, ਜਦੋਂ ਸਾਰੇ ਪਲੇਟਫਾਰਮ ਇਸ ਚੀਜ਼ 'ਚ ਲੱਗੇ ਹੋਏ ਆ ਕਿ ਪੇਪਰ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ, ਕਿਉਂ ਹੋਣਾ ਚਾਹੀਦਾ, ਉਸ ਟਾਈਮ ਇਹ ਵੀ ਦੱਸਣਾ ਬਹੁਤ ਜ਼ਰੂਰੀ ਹੈ ਕਿ ਜਿਹੜੇ ਆ ਨਾਈਲੈਟ ਦੇ ਪੇਪਰ, ਕਿਉਂਕਿ ਇੱਕ ਚਿੱਠੀ ਵਾਇਰਲ ਹੋ ਰਹੀ ਆ ਜਿਹੜੀ ਕਿ ਅਨਆਫੀਸ਼ੀਅਲ ਤਰੀਕੇ ਨਾਲ ਸਾਰਿਆਂ ਕੋਲ ਆਲਮੋਸਟ ਅਵੇਲੇਬਲ ਆ, ਕਿਸੇ ਕੋਲ ਚਿੱਠੀ ਦੇ ਰੂਪ ਦੇ ਵਿੱਚ ਜਾਂ ਕਿਸੇ ਕੋਲ ਜਾਣਕਾਰੀ ਦੇ ਰੂਪ 'ਚ, ਕਿ ਇਸ ਵਾਰ ਪੇਪਰ ਕੰਡਕਟ ਕਰਨ ਵਾਲੀ ਏਜੰਸੀ ਜਿਹੜੀ ਆ ਨਾਈਲੈਟ ਹੋਊਗੀ। ਇਹ ਵੀ ਗੱਲ ਚੰਗੀ ਆ ਕਿ ਪੜ੍ਹਾਉਣ ਵਾਲੇ ਅਤੇ ਪੜ੍ਹਨ ਵਾਲੇ ਹੁਣ ਇਸ ਚੀਜ਼ 'ਤੇ ਵੀ ਗੱਲ ਕਰਨ ਲੱਗ ਪਏ ਆ ਕਿ ਪੇਪਰ PSSB ਦਾ ਕਿ PPSC ਦਾ ਇਸ ਤੋਂ ਪਿੱਛੇ ਹਟ ਕੇ ਇਹ ਵੀ ਸੋਚੋ ਕਿ ਪੇਪਰ ਲੈਣ ਵਾਲੀ ਏਜੰਸੀ ਮਗਰ ਕੰਡਕਟ ਕਰਨ ਵਾਲੀ ਏਜੰਸੀ ਕਿਹੜੀ ਆ, ਉਹਦੀ ਮਾਨਸਿਕਤਾ ਨੂੰ ਸਮਝਿਆ ਜਾਵੇ। ਹੁਣ ਆਪਾਂ ਨੂੰ ਇਹ ਪਤਾ ਲੱਗ ਗਿਆ ਕਿ ਇਹ ਪੇਪਰ ਲੈਣਾ ਨਾਈਲੈਟ ਨੇ। ਹੁਣ ਤੁਹਾਡੇ ਸਾਹਮਣੇ ਪਹਿਲਾ ਸਵਾਲ ਕਿ ਨਾਈਲੈਟ 'ਚ ਆਹ ਕਰ ਲਓ, ਉਹ ਕਰ ਲਓ। ਔਥੈਂਟਿਕ ਗੱਲ ਕਰੀਏ ਆਪਾਂ ਕਿ ਨਾਈਲੈਟ ਦੇ ਪੇਪਰ ਨੂੰ ਦੇਖ ਕੇ 2-3 ਸਵਾਲ ਤੁਹਾਡੇ ਦਿਮਾਗ 'ਚ ਆਉਂਦੇ ਆ ਕਿ ਨਾਈਲੈਟ ਜਿਹੜਾ ਹੈ ਜੀ ਮੈਥ ਰੀਜ਼ਨਿੰਗ ਕਿਵੇਂ ਦਾ ਪੁੱਛਦਾ ਹੈ, ਨਾਈਲੈਟ ਇੰਗਲਿਸ਼ ਅਤੇ ਪੰਜਾਬੀ ਕਿਵੇਂ ਦੀ ਪੁੱਛਦੇ ਆ, ਨਾਈਲੈਟ ਵਾਲੇ ਕੰਪਿਊਟਰ ਕਿਵੇਂ ਦਾ ਪੁੱਛਦੇ ਆ, ਅਤੇ ਨਾਈਲੈਟ ਵਾਲਿਆਂ ਦੀ GK ਕਿਵੇਂ ਦੀ ਹੁੰਦੀ ਆ, ਇਹਨਾਂ ਦੀ GK 'ਚ ਕਰੰਟ ਅਫੇਅਰਸ ਆਉਂਦੇ ਆ ਕਿ ਨਹੀਂ ਆਉਂਦੇ। ਦੇਖੋ, ਇਹ ਵੀਡੀਓ ਕਿਸੇ ਨੂੰ ਵੀ ਡਰਾਉਣ ਵਾਸਤੇ ਨਹੀਂ ਬਣਾਈ ਗਈ। ਨਾਈਲੈਟ ਦੇ ਪੁਰਾਣੇ ਕੁਝ ਪੇਪਰਾਂ ਦੇ ਨਾਮ ਦੱਸ ਕੇ, ਕਿਤਾਬਾਂ ਪ੍ਰੀਵੀਅਸ ਈਅਰ ਤੁਹਾਡੇ ਕੋਲ ਸਭ ਕੋਲ ਪਏ ਆ, ਉੱਥੋਂ ਤੁਸੀਂ ਉਹ ਸਾਰੀਆਂ ਚੀਜ਼ਾਂ ਨੋਟਿਸ ਕਰਨੀਆਂ ਜਿਹੜੀਆਂ ਤੁਹਾਨੂੰ ਮੈਂ ਕਰਨ ਵਾਸਤੇ ਕਹੂੰਗਾ। ਨਾਈਲੈਟ ਨਾਲ ਸੰਬੰਧਿਤ ਇੱਕ ਗੱਲ ਕਲੀਅਰ ਕਰੂੰਗਾ ਮੈਂ ਕਿ ਇਸ ਪੇਪਰ 'ਚ ਆਹ ਚੀਜ਼ ਆਉਂਦੀ ਹੈ ਕਿ ਨਹੀਂ ਆਉਂਦੀ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਨਾਈਲੈਟ ਕਰੰਟ ਅਫੇਅਰਸ ਪਾਉਂਦਾ ਹੈ ਕਿ ਨਹੀਂ ਪਾਉਂਦਾ। ਹੁਣ ਤੁਸੀਂ ਨਾਈਲੈਟ ਨੇ 2021 ਦੇ ਵਿੱਚ ਇੱਕ ਟੈਕਨੀਕਲ ਅਸਿਸਟੈਂਟ ਦਾ ਪੇਪਰ ਲਿਆ ਸੀ, ਜਿਹਦੇ 'ਚ ਨਾਈਲੈਟ ਨੇ 10 ਨੰਬਰ ਦੀ GK ਪਾਈ ਸੀ। ਵਜ੍ਹਾ ਕਿਉਂਕਿ ਉਹਨਾਂ ਦਾ 60 ਨੰਬਰ ਦਾ ਆਪਣੇ ਪ੍ਰੋਫੈਸ਼ਨ ਨਾਲ ਸੰਬੰਧਿਤ ਸੀ, 40 ਨੰਬਰ 'ਚ ਮੈਥ, ਰੀਜ਼ਨਿੰਗ, GK ਅਤੇ ਕੰਪਿਊਟਰ ਸੀ। ਇਸ ਕਰਕੇ GK ਦਾ ਕੱਦ ਸਿਰਫ 10 ਨੰਬਰ ਦਾ ਸੀ। ਪਰ ਜਦੋਂ ਤੁਸੀਂ ਇਸ 10 ਨੰਬਰ ਦੀ GK ਨੂੰ ਦੇਖਦੇ ਹੋ ਤਾਂ ਤੁਸੀਂ ਨੋਟਿਸ ਕਰੋ GK ਦਾ ਪਹਿਲਾ ਸਵਾਲ ਆਕਾਸ਼ ਮਿਜ਼ਾਈਲ ਨਾਲ ਸੰਬੰਧਿਤ ਪਾ ਰਹੇ ਹੋ, ਦੂਜਾ ਸਵਾਲ ਪਾ ਰਿਹਾ ਕਮਨ ਅਮਨ ਸੇਤੂ ਨਾਲ ਸੰਬੰਧਿਤ ਜਿਹੜਾ ਕਿ ਉਸ ਵੇਲੇ ਕਰੰਟ ਅਫੇਅਰਸ 'ਚ ਸੀ, ਤੀਸਰਾ ਸਵਾਲ ਬੰਕਿਮ ਚੰਦਰ ਚੱਟੋਪਾਧਿਆਏ ਦੀ ਕਿਤਾਬ ਨਾਲ ਸੰਬੰਧਿਤ, ਅਤੇ ਇਸ ਤੋਂ ਅੱਗੇ ਜੇ ਆਪਾਂ ਹੋਰ ਵੀ ਸਵਾਲ ਦੇਖੀਏ ਤਾਂ ਕੜਕਨਾਥ ਉਸ ਟਾਈਮ ਖਬਰਾਂ 'ਚ ਸੀਗਾ, ਫਾਇਰ ਬਰਡ ਡਾਈਵਰਟਰ, ਮਿਨਿਸਟਰੀ ਆਫ ਇਨਵਾਇਰਮੈਂਟ ਦੀ ਸਕੀਮ। ਤੁਸੀਂ ਆਪ ਸੋਚ ਕੇ ਦੇਖੋ ਕਿ ਨਾਈਲੈਟ ਨੇ ਪੇਪਰ ਪਾਇਆ ਹੋਵੇ ਇੱਕ ਅਜਿਹੇ ਟਾਈਪ ਦਾ ਇੱਕ ਇਨੀਸ਼ੀਏਟਿਵ ਜਿਹੜਾ ਸਿੱਧੇ ਤੌਰ 'ਤੇ PSSB ਦੇ ਪੇਪਰਾਂ 'ਚ ਆਮ ਕਰਕੇ ਨਹੀਂ ਦੇਖਿਆ ਗਿਆ। ਹੁਣ ਅੱਗੇ ਦੇਖੋ, ਹਜੇ ਕਹਾਣੀ ਖਤਮ ਨਹੀਂ ਹੋਈ। ਪ੍ਰੋਜੈਕਟ ਲੂਨ ਮਤਲਬ ਸਾਇੰਸ ਟੈਕ ਦਾ ਇੱਕ ਟੌਪਿਕ ਜਿਹੜਾ ਕਿ ਨਾਈਲੈਟ ਨੇ ਆਪਣੇ ਪੇਪਰ 'ਚ ਪਾਇਆ ਹੋਵੇ। ਉਸ ਤੋਂ ਅੱਗੇ ਦੇਖੋ, ਹਜੇ ਵੀ ਕਹਾਣੀ ਖਤਮ ਨਹੀਂ ਹੋਈ ਕਿ ਰਿਜ਼ਰਵ ਬੈਂਕ ਨੇ ਇੱਕ GSAP ਪ੍ਰੋਗਰਾਮ ਸ਼ੁਰੂ ਕੀਤਾ ਹੈ ਜੀ। ਇਸ GSAP ਦੀ ਫੁੱਲ ਫਾਰਮ ਦੱਸ ਦਿਓ ਕੀ ਆ। ਇਹਦਾ ਮਤਲਬ ਸਮਝ ਕੇ ਕਿ 10 ਨੰਬਰ ਦੀ GK, 10 ਚੋਂ 6 ਕਰੰਟ ਅਫੇਅਰ, ਉਹਨਾਂ 6 ਚੋਂ 3 ਤੋਂ 4 ਕਰੰਟ ਅਫੇਅਰ ਜਿਹੜੇ 5 ਸਟਾਰ ਨੇ। ਇਟ ਮੀਨਸ ਜੇ ਮੈਂ ਇਸ ਪੇਪਰ ਤੋਂ ਬਿਨਾਂ ਬਾਕੀ ਦੇ ਪੇਪਰ ਖੋਲ੍ਹ ਕੇ ਦੇਖਾਂ ਇਹਨਾਂ ਦੇ, ਤਾਂ ਤੁਸੀਂ ਇਹ ਆਈਡੀਆ ਲਾ ਲਓ ਕਿ ਕਰੰਟ ਅਫੇਅਰਸ ਦਾ ਲੈਵਲ ਕੋਈ ਬਹੁਤਾ ਜ਼ਿਆਦਾ ਨਹੀਂ ਰਿਹਾ ਅਤੇ ਕਰੰਟ ਅਫੇਅਰਸ ਦੀ ਮਾਤਰਾ ਵੀ ਬਹੁਤੀ ਜ਼ਿਆਦਾ ਨਹੀਂ ਰਹੀ। ਪਰ ਜੇ ਤੁਸੀਂ ਆਹ ਪੇਪਰ ਕਿਸੇ ਤੋਂ ਲੁਕੋ ਕੇ ਬਾਕੀ ਪੇਪਰ ਕਿਸੇ ਨੂੰ ਦਿਖਾਈ ਜਾਓ ਤਾਂ ਤੁਸੀਂ ਇਹ ਮਿਸਗਾਈਡ ਕਰ ਸਕਦੇ ਹੋ ਕਿ ਜੀ ਨਾਈਲੈਟ ਜਿਹੜੇ ਆ ਉਹ ਕਰੰਟ ਅਫੇਅਰਸ ਬਹੁਤ ਘੱਟ ਪਾਉਂਦੀ ਹੈ, ਜਾਂ ਨਾਈਲੈਟ ਉਵੇਂ ਦੇ ਕਰੰਟ ਅਫੇਅਰਸ ਪਾਉਂਦੀ ਆ ਜਿਵੇਂ ਦੇ ਸਾਡੇ ਪੰਜਾਬ ਦੇ ਜਾਂ ਹੋਰ ਜਿਹੜੇ YouTube 'ਤੇ ਪੜ੍ਹਾਉਣ ਵਾਲੇ ਆ, ਸਿੱਧੇ ਕਰੰਟ ਅਫੇਅਰ ਜਿਵੇਂ ਦੇ ਉਹ ਕਰਾਉਂਦੇ ਆ ਉਵੇਂ ਦੇ ਪਾਉਂਦੀ ਆ। ਇਸ ਭੁਲੇਖੇ 'ਚ ਨਾ ਰਿਓ। ਮੈਂ ਇਹ ਕਦੇ ਨਹੀਂ ਕਹਿੰਦਾ ਕਿ ਉਵੇਂ ਦੇ ਕਰੰਟ ਅਫੇਅਰ ਨਾਈਲੈਟ ਨਹੀਂ ਪਾਉਂਦੀ, ਪਰ ਨਾਈਲੈਟ ਇਸ ਲੈਵਲ ਦੇ ਕਰੰਟ ਅਫੇਅਰ ਵੀ ਪਾਉਂਦੀ ਆ। ਤੁਸੀਂ ਬੜੇ ਲੰਮੇ ਸਮੇਂ ਤੋਂ YouTube ਦੀਆਂ ਵੀਡੀਓਜ਼ ਦੇਖ ਰਹੇ ਹੋ, ਤੁਸੀਂ ਕਦੀ ਕਿਸੇ ਨੂੰ ਇਸ ਤਰੀਕੇ ਦੇ ਕਨਸੈਪਟ ਪੜ੍ਹਾਉਂਦੇ ਦੇਖਿਆ? ਇਹ 2022 'ਚ ਵੀ ਖਬਰਾਂ 'ਚ ਸੀ ਸਾਰਾ ਸਾਲ, ਬਟ ਨਹੀਂ, ਬਿਕੋਜ਼ ਇਹ ਉਹਨਾਂ ਨੇ ਤਾਂ ਨਹੀਂ ਪੜ੍ਹਾਏ ਕਿਉਂਕਿ ਇਹ PPSC ਲੈਵਲ ਦੇ ਕਰੰਟ ਅਫੇਅਰ ਆ, ਪਰ ਪਾਏ ਨਾਈਲੈਟ ਨੇ ਆਪਣੇ ਇੱਕ ਪੇਪਰ 'ਚ। ਸੋ ਜਿਹੜੇ ਵਧੀਆ ਜਗ੍ਹਾ ਤੋਂ ਕਰੰਟ ਅਫੇਅਰਸ ਕਰ ਰਹੇ ਆ YouTube ਤੋਂ, ਬਹੁਤ ਵਧੀਆ ਸਰੋਤ ਨੇ YouTube 'ਤੇ, ਜਿਵੇਂ ਪਰਚਮ ਕਲਾਸਿਸ, ਉਹ ਮਾੜੇ ਅਤੇ ਚੰਗੇ ਸਾਰੇ ਕਰੰਟ ਅਫੇਅਰਸ ਕਵਰ ਕਰਾ ਦਿੰਦੇ ਆ ਤਾਂ ਕਿ ਪੇਪਰ 'ਚ ਕਰੰਟ ਅਫੇਅਰਸ ਦਾ ਲੈਵਲ ਇੱਥੇ ਜਾਵੇ ਤਾਂ ਵੀ ਹੱਥ 'ਚ ਆ ਜਾਣ, ਥੱਲੇ ਰਹਿ ਜੇ ਤਾਂ ਵੀ ਹੱਥ 'ਚ ਆ ਜਾਣ। ਸੋ ਚੰਗੀ ਚੀਜ਼ ਪੜ੍ਹਨ ਦਾ ਇੱਕ ਫਾਇਦਾ ਹੋ ਜਾਂਦਾ ਹੈ।
ਜੇ ਕੱਲ੍ਹ ਨੂੰ ਪੇਪਰ 'ਚ ਸਾਰੇ ਸੌਖੇ ਕਰੰਟ ਅਫੇਅਰਸ ਆ ਜਾਏ ਤਾਂ ਤੁਸੀਂ ਮੈਨੂੰ ਕਹੀ ਜਾਓ ਕਿ ਸਰ ਦੇਖਿਆ ਤੁਸੀਂ ਤਾਂ ਬੜਾ ਡਰਾ ਰਹੇ ਸੀ। ਮੈਂ ਡਰਾ ਨਹੀਂ ਰਿਹਾ, ਮੈਂ ਉਸ ਸੰਭਾਵਨਾ ਦੀ ਗੱਲ ਕਰ ਰਿਹਾ ਜਿਹੜੀ ਪੋਸੀਬਿਲਿਟੀ ਹੋ ਸਕਦੀ ਹੈ। ਸ਼ਾਇਦ ਪਟਵਾਰੀ ਦੇ ਪੇਪਰ 'ਚ ਔਖੇ ਜਾਂ ਸੌਖੇ ਕਰੰਟ ਅਫੇਅਰਸ ਦਾ ਫਰਕ ਮਹਿਸੂਸ ਨਾ ਹੋਵੇ, ਪੋਸਟਾਂ ਜ਼ਿਆਦੀਆਂ ਹੈ। ਐਕਸਾਈਜ਼ ਦੀਆਂ 100 ਪੋਸਟਾਂ 'ਚ ਕੀ ਇਹ ਸੋਚਦੇ ਹੋ ਤੁਸੀਂ, ਜਾਂ ਤੁਹਾਡੇ ਦਿਮਾਗ 'ਚ ਆਉਂਦੀ ਹੈ ਗੱਲ ਕਿ ਐਕਸਾਈਜ਼ 'ਚ ਤੁਸੀਂ ਰਿਸਕ ਲੈ ਸਕਦੇ ਹੋ? ਸੋ ਜਿਹੜੇ ਪਟਵਾਰੀ ਦੀ ਤਿਆਰੀ ਕਰਦੇ ਆ, ਜੇ ਉਹਨਾਂ ਦੇ 4-3 ਨੰਬਰ ਪਲੱਸ ਮਾਈਨਸ ਹੋ ਵੀ ਗਏ ਤਾਂ ਜਿਹਦਾ 100 ਰੈਂਕ ਆਉਣਾ ਉਹ 300 ਤੇ ਡਿੱਗ ਜੂਗਾ ਤੇ ਬਚ ਜੂਗਾ। ਪਰ ਇਸ ਤਰੀਕੇ ਦੀ ਬਿਲਕੁਲ ਵੀ ਪੋਸੀਬਿਲਿਟੀ ਨਹੀਂ ਚੱਲੂਗੀ ਜੇ ਪੇਪਰ ਐਕਸਾਈਜ਼ ਦਾ ਦੇ ਰਹੇ ਹੋ। ਮੈਨੂੰ ਲੱਗਦਾ ਕਿ ਮੈਂ ਪਹਿਲੀ ਗੱਲ ਜਿਹੜੀ ਕਰੰਟ ਅਫੇਅਰਸ ਦੀ ਆ ਤੁਹਾਡੇ ਨਾਲ ਕਲੀਅਰ ਕਰਤੀ। ਹੁਣ ਜੀਕੇ ਦੇ 25 ਨੰਬਰ 'ਚੋਂ ਮੈਂ ਕਰੰਟ ਅਫੇਅਰਸ ਨੂੰ ਐਕਸਪਲੋਰ ਕਰਕੇ ਦੱਸਦਾ। ਹੁਣ ਇਸ ਜੀਕੇ ਦੇ 25 ਨੰਬਰ ਦਾ ਬਚਿਆ ਹੋਇਆ ਹਿੱਸਾ, ਹੁਣ ਮੈਨੂੰ ਨਹੀਂ ਪਤਾ ਕਿ ਇਸ 25 ਚੋਂ 5 ਕਰੰਟ ਆਉਣੇ ਆ ਕਿ 7 ਆਉਣੇ ਆ ਕਿ 10 ਆਉਣੇ ਆ। ਇੰਨਾ ਤਜਰਬਾ ਜਾਂ ਇੰਨਾ ਸਿਆਣਾ ਮੈਂ ਹੈ ਨਹੀਂ। ਗੱਲ ਕਰਦੇ ਹਾਂ ਬਾਕੀ ਦੀ ਜੀਕੇ ਦੀ। ਹੁਣ ਜੇ ਮੈਂ ਬਾਕੀ ਦੀ ਜੀਕੇ ਦੀ ਗੱਲ ਕਰਾਂ ਤਾਂ ਮੈਂ PSSB ਦੇ ਮੇਰੀ ਨਿਗਾਹ 'ਚ 2-3 ਪੇਪਰ ਆਉਂਦੇ ਆ। PSSB ਦੇ ਪਿਛਲੇ ਸਾਲ ਦੇ ਹੋਏ ਕਲਰਕ, ਹੋਰ ਵਾਪਸ ਜਾਓ 3 ਮਹੀਨੇ ਪਿਛਲੇ ਸਾਲ ਦੇ ਕਲਰਕ ਤੋਂ 4 ਮਹੀਨੇ ਪਿੱਛੇ ਜਾ ਕੇ ਜੇਲ੍ਹ ਵਾਰਡਨ ਦੇ 4 ਪੇਪਰ। ਵੈਸੇ ਤਾਂ PSSB ਨੇ ਬੜੇ ਪੇਪਰ ਲਏ ਆ, ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ, ਜੇ ਤੁਸੀਂ ਪਿਛਲੇ ਸਾਲ ਇਲੈਕਸ਼ਨ ਕਾਨੂੰਨਗੋ ਦਾ ਜਿਹੜਾ ਪੇਪਰ ਜ਼ਿਆਦਾ ਸਿਰਫ ਕੁੜੀਆਂ ਦੇ ਸਕੀਆਂ ਸੀ, ਇਹ ਪੇਪਰ ਖੋਲ੍ਹ ਕੇ ਦੇਖਿਓ, ਤੁਹਾਨੂੰ ਜੀਕੇ ਮਿਲੂਗੀ ਬੜੀ ਅਜੀਬ ਜੀ। ਤੁਸੀਂ ਜੇਲ੍ਹ ਵਾਰਡਨ ਦੇ 4 ਪੇਪਰ ਖੋਲ੍ਹ ਕੇ ਦੇਖਿਓ, ਜੀਕੇ ਮਿਲੂਗੀ ਅਜੀਬ। ਤੁਸੀਂ ਕਲਰਕ ਦੇ 4 ਪੇਪਰ, ਦੋਵੇਂ ਪੇਪਰ ਖੋਲ੍ਹ ਕੇ ਦੇਖੋ, 2 ਸ਼ਿਫਟਾਂ 'ਚ ਹੋਇਆ ਸੀ ਜੀਕੇ ਅਜੀਬ। ਕਿਉਂ ਬਈ? ਕਿਉਂਕਿ ਪੈਟਰਨ 'ਚ ਇੱਕ ਗੱਲ ਕਾਮਨ ਆ ਕਿ ਪੇਪਰ ਸਾਰੇ ਨਾਈਲਟ ਦੇ ਲਏ ਆ। ਤੁਸੀਂ ਕਹੋਗੇ ਸਰ ਲੈ, ਜਦੋਂ ਜਿਹੜੇ ਬੰਦੇ ਨੇ ਇਹ ਵਡਿਆਈ ਕਰਨੀ ਹੋਵੇ ਨਾ ਕਿ ਮੇਰੇ ਪੜ੍ਹਾਏ 'ਚੋਂ ਆਇਆ, ਉਹ 10 ਚੋਂ 6 ਸਵਾਲ ਦਿਖਾਊਗਾ ਤੁਹਾਨੂੰ, ਆਹ ਦੇਖੋ ਮੇਰੇ ਪੜ੍ਹਾਏ 'ਚੋਂ। ਓਏ ਉਹਨਾਂ 6 ਸਵਾਲਾਂ ਨੂੰ ਸਭ ਨੇ ਪੜ੍ਹਾਇਆ ਹੁੰਦਾ, ਗੇਮ ਉਹ 4 ਸਵਾਲਾਂ ਨੇ ਪਲਟਣੀ ਆ। ਆ ਜਾਓ ਮੈਂ ਤੁਹਾਨੂੰ ਦੱਸਦਾ ਕਿ ਇਹ ਜੀਕੇ 'ਚ ਕਿਹੜੇ ਸਵਾਲ ਜੀਕੇ 'ਚ ਫਰਕ ਪਾਉਂਦੇ ਆ, ਜਿਨ੍ਹਾਂ ਨੇ ਤੁਹਾਡੇ ਰਿਜ਼ਲਟ ਨੂੰ ਬਦਲਣਾ ਹੁੰਦਾ ਹੈ। ਜਿਵੇਂ ਸਪੋਜ਼ ਕਰੋ, ਆ ਦੇਖੋ ਕੁਛ ਹਾਈਲਾਈਟ ਕੀਤੇ ਆ ਮੈਂ ਸਵਾਲ। ਭਗਤੀ ਮੂਵਮੈਂਟ, ਸੰਤਾਂ ਨਾਲ ਰਿਲੇਟਡ ਸਵਾਲ ਜਿਹੜਾ ਸੀਗਾ ਕਿ ਉਹ ਕਿਹੜਾ ਹੈ ਜਿਹਨੇ ਆ ਸਟੇਟਮੈਂਟ ਦਿੱਤੀ ਆ, ਦੀਨ ਏ ਇਲਾਹੀ, ਠੀਕ ਆ। ਪਿੰਗਲਵਾੜਾ ਭਗਤ ਪੂਰਨ ਸਿੰਘ ਨੇ ਕਿਹੜੇ ਸਾਲ ਸ਼ੁਰੂ ਕੀਤਾ? ਸਾਈਮਨ ਕਮਿਸ਼ਨ ਭਾਰਤ ਆਇਆ, ਸਭ ਜਾਣਦੇ ਆ, 27, 28, 29 ਕਿ 30 'ਚ ਆਇਆ। ਜਾਂ ਇਸ ਤਰੀਕੇ ਦਾ ਕਿ ਨੈਸ਼ਨਲ ਕਮਿਸ਼ਨ ਫॉर ਰਿਫਾਰਮੇਸ਼ਨ ਔਰ ਟੂ ਰੀਵਿਊ ਦੀ ਕਨਸਟੀਟਿਊਸ਼ਨ ਇਨ 2002, ਇਹ ਕਿਸ ਚੇਅਰਮੈਨ ਦੇ ਅੰਡਰ ਇਹ ਕਮੇਟੀ ਬਣੀ ਆ? ਟੈਕਨੀਕਲੀ ਇਹ ਸਵਾਲ ਕਿੰਨੇ ਔਖੇ ਆ। ਪੰਜਾਬ ਦਾ ਜਿਹੜਾ ਚੀਫ ਇਲੈਕਟੋਰਲ ਆਫਿਸਰ ਆ, CEO, ਉਹਦੀ ਅਪਾਇੰਟਮੈਂਟ ਕੌਣ ਕਰਦਾ ਹੈ? ਤੁਸੀਂ ਕਹੋਗੇ ਸਰ ਇਹ ਸਵਾਲ ਕਿੱਥੋਂ ਬੋਲ ਰਹੇ ਹੋ? ਇਹ ਤੁਹਾਡੇ ਜੇਲ੍ਹ ਵਾਰਡਰ ਦੇ ਪੇਪਰ ਦੇ ਸਵਾਲ ਆ ਜਾਂ ਕਲਰਕ ਦੇ ਸਵਾਲ ਆ। ਤੁਸੀਂ ਇੱਕ ਗੱਲ ਦੇਖੋ, ਜਦੋਂ ਵੀ ਨਾਈਲਟ ਤਰੀਕਾਂ ਪਾਉਂਦਾ ਨਾ, ਉਹ 4 ਤਰੀਕਾਂ ਇਹੋ ਜਿਹੀਆਂ ਪਾਉਂਦਾ ਜਿਹੜੀਆਂ 1-1 ਸਾਲ ਦੇ ਫਰਕ ਤੇ ਆ। ਤੁਸੀਂ ਫਰਕ ਵੀ ਨਹੀਂ ਦੱਸ ਸਕਦੇ। ਇਟ ਮੀਨਸ ਨਾਈਲਟ ਦਾ ਪੇਪਰ ਦੇਣ ਵਾਸਤੇ ਤੁਹਾਡੀ ਜੀਕੇ ਬੜੀ ਵਧੀਆ, ਤੇ ਉਵੇਂ ਦੀ ਨਹੀਂ ਕਿ ਮੈਂ ਆਈਡੀਆ ਲਾ ਲੂੰਗਾ। ਜਿਵੇਂ PPSC ਦੇ ਪੇਪਰ 'ਚ ਆਪਾਂ ਆਈਡੀਆ ਨਹੀਂ ਲਾ ਲੈਂਦੇ ਕਿ ਆਹ ਇਵੈਂਟ ਪਹਿਲਾਂ ਹੋਇਆ, ਆ ਬਾਅਦ 'ਚ ਹੋਇਆ, ਕਰਨੋਲਜੀ ਜੀ ਸੈੱਟ ਕਰ ਲਾਂਗੇ। ਇੱਥੇ ਪਿਓਰ ਰੱਟਾ ਜਾਂ ਪਿਓਰ ਫੈਕਚੁਅਲ ਇਨਫੋਰਮੇਸ਼ਨ ਤੁਹਾਡੇ ਕੋਲ ਹੋਊਗੀ ਤਾਂ ਤੁਸੀਂ ਜੀਕੇ ਦਾ ਸਵਾਲ ਕਰ ਪਾਓਗੇ। ਸਰ ਗੜਬੜ ਹੋ ਗਈ, ਬੌਂਦਲ ਗਏ, ਕੀ ਕਰੀਏ? ਮੇਰੀ ਇੱਕ ਬੈਸਟ ਸਲਾਹ ਹੈ, ਤੁਹਾਡੇ ਕੋਲ 180 ਤੋਂ 200-250 ਰੁਪਏ ਆਉਣ ਵਾਲੀ ਅਰੀਹੰਤ ਦੀ ਜਾਂ ਤਰੁਣ ਗੋਇਲ ਦੀ ਜਾਂ ਬ੍ਰੈਂਡਾਂ ਦੀ ਕਿਤਾਬ ਹੋਊਗੀ ਨਾ, ਉਹਨਾਂ ਦੀ ਇੱਕ ਵਾਰ ਝਾਤ ਮਾਰ ਲਓ ਲਗਾਤਾਰ। ਜੇ ਤੁਹਾਨੂੰ ਲੱਗਦਾ ਕਿ ਮੇਰੇ 75 ਨੰਬਰ ਬਾਕੀ ਪੂਰੇ ਆ, ਸਰ ਜਿਹੜੀ ਤੁਸੀਂ ਜੀਕੇ 'ਚ ਜਿਹੜਾ ਸਾਨੂੰ ਡਰਾਇਆ ਨਾ, ਇਹਦਾ ਹੱਲ ਵੀ ਕੱਢ ਕੇ ਦਿਓ। ਉਹਦੇ 'ਚ ਜਿੱਥੇ ਵੀ ਤਰੀਕ ਆਉਂਦੀ ਆ ਉਹਨੂੰ ਹਾਈਲਾਈਟ ਕਰ ਲਓ ਤਾਂ ਕਿ ਇੱਕ ਵਾਰ ਰਿਵੀਜ਼ਨ। ਨਹੀਂ ਤਾਂ ਇੱਕ ਜੀਕੇ ਦੀ ਹੋਰ ਕਿਤਾਬ ਆਉਂਦੀ ਆ ਜਿਹੜੀ ਉਸ ਤੋਂ ਵੀ ਛੋਟੀ ਆ, 40-50 ਰੁਪਏ ਦੀ, ਉਹ 'ਚ ਜੀਕੇ ਹੋਰ ਜ਼ਿਆਦਾ ਕੰਸਾਈਜ਼ ਹੋ ਜਾਂਦੀ ਆ। ਉੱਥੋਂ ਤਰੀਕਾਂ ਤੇ, ਲੀਡਰਾਂ ਦੇ ਨਾਮਾਂ ਤੇ, ਉਹਨਾਂ ਦੀਆਂ ਅਖਬਾਰਾਂ, ਕਿਤਾਬਾਂ। ਦੇਖੋ ਇੱਕ ਗੱਲ ਕਲੀਅਰ ਆ, ਨਾਈਲਟ ਦੇ ਪੇਪਰ 'ਚ ਖਾਸੀਅਤ ਕੀ ਆ? ਤੁਸੀਂ ਮੰਨ ਕੇ ਚੱਲੋ ਕਿ ਜਦੋਂ ਇਹ ਕੋਈ ਫੈਕਟ ਪੁੱਛਦੇ ਆ ਨਾ ਤਾਂ ਟਿਪੀਕਲ ਫੈਕਟ ਪੁੱਛਦੇ ਆ। ਟਿਪੀਕਲ ਫੈਕਟ ਜਿਵੇਂ ਪਿੰਗਲਵਾੜਾ ਭਗਤ ਪੂਰਨ ਸਿੰਘ ਨੇ, ਭਗਤ ਪੂਰਨ ਸਿੰਘ ਦੀ ਡੈਥ ਕਿਹੜੇ ਸਾਲ 'ਚ ਹੋਈ ਆ? ਹੁਣ ਮੇਰੇ ਹਿਸਾਬ ਨਾਲ ਇਹ ਡੈਥ ਜਿਹੜੀ ਆ ਨਾ, ਇਹ ਮੈਨੂੰ ਪਤਾ ਹੈ ਕਿ 91-92 ਦੇ ਸਮੇਂ 'ਚ ਹੋਈ ਸੀ, ਪਰ ਮੈਨੂੰ ਇਹ ਨਹੀਂ ਪਤਾ ਕਿ 90 ਕਿ 91 ਕਿ 92 ਕਿ 93। ਪ੍ਰੈਕਟੀਕਲੀ ਸੱਚੀ ਨਹੀਂ ਮੈਨੂੰ ਪਤਾ ਇਹ ਚੀਜ਼, ਬਿਕੋਜ਼ ਮੈਂ ਉਸ ਐਰਾ ਨੂੰ ਸਮਝਦਾ। ਮੈਨੂੰ ਪਤਾ ਹੈ ਕਿ ਕਦੋਂ ਭਗਤ ਪੂਰਨ ਸਿੰਘ ਦੀ ਡੈਥ ਦੀ ਗੱਲ ਚੱਲ ਰਹੀ ਸੀ। ਸ਼ਾਇਦ PPSC 'ਚ ਸਵਾਲ ਐਵੇਂ ਦਾ ਆਉਂਦਾ ਵੀ ਨਾ, ਉਹ ਹੋਰ ਤਰੀਕੇ ਨਾਲ ਫੈਕਟ ਨੂੰ ਘਮਾਉਂਦੇ ਆ ਕਿ ਜਿਹਦੇ 'ਚ ਐਲੀਮੀਨੇਸ਼ਨ ਹੋ ਸਕਦੀ ਆ, ਪਰ ਇਹਨਾਂ ਨੇ ਉਹ ਸਾਰੀਆਂ ਸੰਭਾਵਨਾਵਾਂ ਖਤਮ ਕਰਤੀਆਂ। ਇਹ ਨਾਈਲਟ ਦਾ ਇੱਕ ਪੇਪਰ ਨਹੀਂ, ਡਰਾ ਨਹੀਂ ਰਿਹਾ। ਜੇਲ੍ਹ ਵਾਰਡਰ ਦੇ 4 ਪੇਪਰ, ਕਲਰਕ ਦੇ 2 ਪੇਪਰ, ਇਲੈਕਸ਼ਨ ਕਾਨੂੰਗੋ ਦਾ 2021 ਦੇ ਸਤੰਬਰ 'ਚ ਹੋਇਆ ਪੇਪਰ,
ਤੇ ਉਸ ਤੋਂ ਬਿਨਾ ਵੀ ਹੋਰ ਬੜੇ ਪੇਪਰ ਆ, ਤੇ ਜਿਵੇਂ ਇਸ ਸਾਲ ਹੋਇਆ ਹੋਟਲ ਸੁਪਰ ਇੱਕ ਹਾਰਟੀਕਲਚਰ ਦਾ ਪੇਪਰ, ਸੁਪਰਵਾਈਜ਼ਰ ਦਾ ਪੇਪਰ, ਤੇ ਇੱਕ ਆਪਣਾ ਫੋਰੈਸਟ ਦੇ ਜਿਹੜੇ ਇੱਕ ਡਿਪਟੀ ਰੇਂਜਰ, ਸ਼ਾਇਦ ਇੱਕ ਫੋਰੈਸਟਰ ਦਾ ਪੇਪਰ ਤੇ ਇੱਕ ਫੋਰੈਸਟ ਗਾਰਡ ਦਾ ਪੇਪਰ। ਕਿਸੇ ਫੋਰੈਸਟ ਗਾਰਡ ਦੇ ਪੇਪਰ ਨੂੰ ਦੇਖ ਕੇ ਕਿ ਸੌਖਾ 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 ਟਪਾ ਨਾ ਦਿਓ। ਪੇਪਰ ਨੂੰ ਪੂਰਾ ਥੋਰੋਲੀ ਇਕੱਠੇ ਪੇਪਰਾਂ ਨੂੰ ਗਰੁੱਪ 'ਚ ਪੇਪਰ ਚੈੱਕ ਕਰੀਦੇ ਆ, 7-8 ਪੇਪਰ ਦੇ ਕੇ ਸਿੱਟਾ ਗੱਡੀਦਾ। ਇੱਕ ਔਖਾ ਪੇਪਰ ਦੇ ਕੇ ਕਿਸੇ ਏਜੰਸੀ ਬਾਰੇ ਇਹ ਇਸ਼ਾਰਾ ਨਹੀਂ ਕਰ ਲਈਦਾ ਕਿ ਅਸੀਂ ਤਾਂ ਗਏ। ਕੋਈ ਇੱਕ ਪੇਪਰ ਦੇਖ ਕੇ ਇਹ ਨਹੀਂ ਤੈਅ ਕਰ ਲਈਦਾ ਕਿ ਇਹ ਤਾਂ ਸੌਖਾ ਹੀ ਆ, ਲੀਨੀਅੰਟ ਹੋ ਜਾਓ। ਸੋ ਬਹੁਤ ਬਹੁਤ ਧਿਆਨ ਰੱਖਣਾ ਪੈਣਾ ਹੈ। ਕਿੱਥੋਂ ਲੈ ਕੇ ਕਿੱਥੋਂ ਤੱਕ ਕਹਾਣੀ ਪਲਟ ਸਕਦੀ ਹੈ ਉਹ ਮੈਂ ਦੱਸ ਦਿੰਦਾ। ਹੁਣ ਆ ਜਾਓ ਅਗਲਾ ਪੇਪਰ 'ਚ। ਮੈਂ ਕਹਿੰਦਾ 25 ਨੰਬਰ ਦੀ ਕਹਾਣੀ ਮੈਂ ਖਤਮ ਕਰਤੀ। ਇਸ ਤੋਂ ਬਾਅਦ ਬਚੀ ਮੈਥ ਰੀਜ਼ਨਿੰਗ 25 ਨੰਬਰ ਦੀ। ਸਾਰੇ ਪੇਪਰ A ਤੋਂ ਲੈ ਕੇ Z ਤੱਕ ਖੋਲ੍ਹ ਲਓ, ਤੁਹਾਨੂੰ ਨਾਈਲੈਟ 'ਚ ਮੈਥ ਰੀਜ਼ਨਿੰਗ ਦੀ ਇੱਕ ਕੰਸਿਸਟੈਂਸੀ ਮਿਲੂਗੀ। ਕੀ ਭਲਾ, ਨਾ ਔਖਾ ਤੇ ਨਾ ਸੌਖਾ। ਹਾਂ, ਕਿਤੇ ਕਿਤੇ ਤੁਹਾਨੂੰ ਥੋੜ੍ਹੇ ਜਿਹੇ ਸੌਖੇ ਤੋਂ ਵਧੀਆ ਸਵਾਲ ਮਿਲਣਗੇ। ਜੇ ਤੁਸੀਂ ਨਾਈਲੈਟ ਦੇ 2022 'ਚ ਹੋਏ ਸੁਪਰਵਾਈਜ਼ਰ, ਸੁਪਰੀਡੈਂਟੈਂਟ ਤੇ 2 ਪੇਪਰ ਮੈਂ ਹੋਰ ਫੋਰੈਸਟ ਦੇ, ਕੁਛ ਮੈਥ ਦੇ 3-4 ਸਵਾਲ ਐਵੇਂ ਦੇ ਦੇਖੇ ਗਏ ਆ 15 ਚੋਂ, ਕਿਉਂਕਿ 10 ਦੀ ਰੀਜ਼ਨਿੰਗ ਪਾ ਕੇ 25 ਪੂਰੀ ਕਰ ਦਿੰਦੇ ਆ। 3-4 ਸਵਾਲ ਦੇਖੇ ਗਏ ਆ ਜਿਹੜੇ ਔਖੇ ਨਹੀਂ ਬਟ ਨਵੇਂ ਤਰੀਕੇ ਨਾਲ ਫਰੇਮ ਹੋਏ ਆ, ਤੇ ਜਿਹੜਾ ਬੱਚਾ ਉੱਥੇ ਥੋੜ੍ਹਾ ਜਿਹਾ ਦਿਮਾਗ ਲਾ ਗਿਆ ਉਹ ਕੱਢ ਲੈਂਦਾ ਹੈ। ਸੋ ਮੈਥ ਰੀਜ਼ਨਿੰਗ ਨੂੰ ਲੈ ਕੇ ਬੜਾ ਪੋਜੈਸਿਵ ਹੋ ਜਾਣਾ, ਘਬਰਾ ਜਾਣਾ, ਇਹ ਤੁਸੀਂ ਇਹਨਾਂ 25 ਨੰਬਰਾਂ ਦੀ ਖਾਤਰ ਅੱਜ ਤੋਂ ਵੀ ਸੋਚ ਲਓ ਕਿ ਨਾ ਕਰਿਓ। ਸੋ ਮੈਂ ਤੁਹਾਨੂੰ 25 ਨੰਬਰ ਦੀ ਜੀਕੇ ਦਾ ਵੀ ਹੱਲ ਦੱਸਤਾ, 25 ਨੰਬਰ ਦੀ ਮੈਥ ਰੀਜ਼ਨਿੰਗ ਦਾ ਵੀ ਮਸਲਾ ਦੱਸਤਾ। ਰਹਿ ਗਿਆ 25 ਨੰਬਰ ਦੀ ਇੰਗਲਿਸ਼ ਪੰਜਾਬੀ ਦਾ ਮਸਲਾ। ਨਿਟਰ ਪੇਪਰ ਪਾਵੇ ਤਾਂ ਇੰਗਲਿਸ਼ 'ਚ 12 ਚੋਂ 8 ਐਂਟੋਨੀਮ ਸਿਨੋਨੀਅਮ ਪਾ ਸਕਦਾ ਹੈ, ਪਰ ਨਾਈਲੈਟ ਪੇਪਰ ਪਾਵੇ ਤਾਂ ਇੱਕ ਗੱਲ ਪੱਕੀ ਆ, ਨਾਈਲੈਟ ਦੀ ਇੰਗਲਿਸ਼ ਪੰਜਾਬੀ ਕੀ ਕਹਿੰਦੀ ਆ, ਨਾਈਲੈਟ ਦੀ ਇੰਗਲਿਸ਼ 'ਚ ਤੁਹਾਨੂੰ ਹਰ ਇੱਕ ਚੀਜ਼ ਮਿਲੂਗੀ। ਮੈਨੂੰ ਇੰਗਲਿਸ਼ ਨਹੀਂ ਆਉਂਦੀ, ਸੱਚੀ ਗੱਲ ਹੈ। ਮੈਂ ਜੇ ਨਾਈਲੈਟ ਦਾ ਪੇਪਰ ਦੇਣਾ ਹੈ ਤਾਂ ਮੈਂ ਕੀ ਕਰੂੰਗਾ, ਐਕਟਿਵ ਪੈਸਿਵ ਵੀ ਕਰ ਜੂੰਗਾ, ਨਰੇਸ਼ਨ ਵੀ ਕਰ ਜੂੰਗਾ, ਕਿਉਂਕਿ ਇਹ ਫਾਰਮੂਲਾ ਬੇਸਡ ਨੇ ਯਾਰ। ਕੁਛ ਵੀ ਨਾ ਹੋਵੇ 3-4 ਤਾਂ ਇਹਨਾਂ 'ਚੋਂ ਆ ਜਾਣੇ ਆ। 1-2 ਐਡਜੈਕਟਿਵ, ਜਿੰਨੇ ਕੋਈ ਟੌਪਿਕ ਉਹਦਾ ਪੜ੍ਹਿਆ ਨਾ, ਉਹਦਾ ਆਪਣਾ ਇੰਗਲਿਸ਼ ਦਾ ਪੜ੍ਹਿਆ ਹੈ ਤਾਂ ਸਮਝ ਲਓ 1-1 ਨੰਬਰ ਤੋੜਦਾ ਜਾਂਦਾ ਹੈ ਉਹ ਨਾਈਲੈਟ ਦੇ ਪੇਪਰ 'ਚੋਂ। ਪਰ ਨਿਟਰ ਦੇ ਪੇਪਰ 'ਚ ਕਈ ਵਾਰੀ ਤੁਸੀਂ ਬਹੁਤ ਕੁਛ ਪੜ੍ਹ ਕੇ ਜਾਂਦੇ ਹੋ, ਉੱਥੇ ਤੁਹਾਨੂੰ ਉਵੇਂ ਦਾ ਕੁਛ ਨਹੀਂ ਮਿਲਦਾ। ਨਾਈਲੈਟ ਦਾ ਪੇਪਰ ਕਿਵੇਂ ਦਾ ਆਉਂਦਾ ਹੈ, ਜਿਵੇਂ ਦੇ ਪੰਜਾਬ ਦੇ ਵਿੱਚ ਸਾਰੇ ਇੰਗਲਿਸ਼ ਦੀ ਤਿਆਰੀ ਕਰਾਉਣ ਵਾਲੇ ਟੀਚਰ ਤਿਆਰੀ ਕਰਾਉਂਦੇ ਆ। ਨਿਟਰ ਦੇ ਪੇਪਰ 'ਚ ਕਈ ਵਾਰੀ ਉੱਪਰ ਥੱਲੇ ਹੋ ਜਾਂਦਾ ਕੰਮ, ਪਰ ਜਿਹੜਾ ਬੰਦਾ ਨਾਈਲੈਟ ਦੇ ਪੇਪਰ 'ਚ ਜਾਣ ਤੋਂ ਪਹਿਲਾਂ ਇੰਗਲਿਸ਼ ਪੜ੍ਹ ਕੇ ਗਿਆ ਹੈ, ਜਿਹੜਾ ਟੌਪਿਕ ਉਹਦਾ ਸਟਰੋਂਗ ਆ ਉਹਦੇ 'ਚੋਂ ਉਹ ਨੰਬਰ ਲਊਗਾ ਹੀ ਲਊਗਾ। ਇਹ ਲਿਖ ਕੇ ਲੈ ਲਓ। ਨਿਟਰ 'ਚ ਕਈ ਵਾਰੀ ਬੰਦੇ ਨਾਲ ਧੋਖਾ ਹੋ ਜਾਂਦਾ ਹੈ, ਫਲਾਣੇ ਟੌਪਿਕ 'ਤੇ ਪੂਰੀ ਕਮਾਂਡ ਹੋਣ ਦੇ ਬਾਵਜੂਦ ਵੀ ਉਹ ਸਵਾਲ ਥੋੜ੍ਹਾ ਜਿਹਾ ਨਾ ਆਊਟ ਆਫ ਦੀ ਵੇ ਜਾ ਕੇ ਪੁੱਛ ਲੈਂਦੇ ਆ। ਸੋ ਇੰਗਲਿਸ਼ ਦਾ ਹੱਲ ਕਰਤਾ ਕਿ ਤੁਸੀਂ ਜੇ ਇੰਗਲਿਸ਼ 'ਚ ਬਹੁਤਾ ਕੁਛ ਨਹੀਂ, ਨਰੇਸ਼ਨ ਐਕਟਿਵ ਪੈਸਿਵ ਜ਼ਰੂਰ ਕਰ ਜਾਓ। ਤੇ ਜੇ ਵੈਸੇ ਹੀ ਤੁਹਾਨੂੰ ਕੋਈ ਪ੍ਰੈਪੋਜੀਸ਼ਨਸ ਦਾ ਕਨਸੈਪਟ ਕਲੀਅਰ ਆ ਕਿਸੇ ਟੀਚਰ ਕੋਲ ਪੜ੍ਹ ਕੇ, ਜਿਹੜੀ ਚੀਜ਼, ਜਿਹੜੇ 3-4 ਟੌਪਿਕ ਆਉਂਦੇ ਆ ਉਹ ਪੱਕੇ ਕਰ ਜਾਓ। ਤੁਹਾਡੇ ਉਨੇ ਹੀ ਨੰਬਰ ਪੱਕੇ ਹੋਣਗੇ ਜਿੰਨੇ % ਤੁਸੀਂ ਕਰਕੇ ਗਏ ਹੋ। ਗੱਲ ਕਰਦੇ ਆ ਪੰਜਾਬੀ ਦੀ। ਜੇ ਮੈਂ ਨਾਈਲੈਟ ਦੀ ਪੰਜਾਬੀ ਦੀ ਗੱਲ ਕਰਾਂ ਤਾਂ ਇੱਕ ਗੱਲ ਬੜੀ ਕਲੀਅਰ ਆ, ਸੁਪਰਵਾਈਜ਼ਰ ਦਾ ਪੇਪਰ ਦੇਖ ਲਿਓ, 10 ਸਵਾਲ ਸਾਰੇ ਹਾਰਡ। ਜੇ ਆਪਾਂ ਗੱਲ ਕਰੀਏ ਆਪਣੇ ਫੋਰੈਸਟ ਗਾਰਡ ਦੀ ਤਾਂ 10 ਦੇ 10 ਸਵਾਲ ਪੁਰਾਣੇ ਨੋਰਮਲ। ਇਟ ਮੀਨਸ ਇੱਕ ਗੱਲ ਬੜੀ ਕਲੀਅਰ ਆ, ਜਿਵੇਂ ਅਸੀਂ ਅੱਗੇ ਪੜ੍ਹਦੇ ਸੀ ਨਾ, ਪੜਨਾਮ ਕਿੰਨੇ ਪ੍ਰਕਾਰ ਦੇ ਆ, ਨਾਮ ਕਿੰਨੇ ਪ੍ਰਕਾਰ ਦੇ ਆ, ਉਹਨਾਂ ਤੋਂ ਉੱਪਰ ਪਹੁੰਚ ਚੁੱਕੀ ਆ ਹੁਣ ਨਾਈਲੈਟ। ਸੋ ਜਿਹੜਾ ਟੀਚਰ ਤੁਹਾਨੂੰ ਬਹੁਤ ਥੋਰੋਲੀ ਪੜ੍ਹਾ ਗਿਆ ਬਈ, ਉਹ ਹਰ ਇੱਕ ਚੀਜ਼ ਮਤਲਬ ਕਾਰਦੰਤਕ ਤੋਂ ਲੈ ਕੇ ਹਰ ਇੱਕ ਚੀਜ਼ ਭਾਵੰਸ਼ ਤੱਕ, ਹਰ ਇੱਕ ਟਿਪੀਕਲ ਟੌਪਿਕ ਜਿਹੜਾ ਕਿ ਆਮ ਤੁਹਾਡੀ ਨਰਿੰਦਰ ਦੁੱਗਲ ਦੀ ਕਿਤਾਬ 'ਚ ਨਹੀਂ ਗਾ ਤੇ ਉਤੋਂ ਵੀ ਪਰੇ ਜਾ ਕੇ ਆ, ਠੀਕ ਆ। ਕਿੰਨੇ ਵਿਅੰਜਨ, ਕਿੰਨੇ ਸਵਰ, ਇਹਨਾਂ ਤੋਂ ਉੱਪਰ ਉੱਠ ਕੇ ਜਿਹੜਾ ਤੁਹਾਨੂੰ ਡੈਪਥ 'ਚ ਜਾਣਕਾਰੀ ਦੇ ਗਿਆ। ਜਿਹੜਾ ਸੋਚ ਗਿਆ ਕਿ ਮੈਂ ਨਰਿੰਦਰ ਦੁੱਗਲ ਪੜ੍ਹ ਲਈ, ਇਹਦੇ 'ਚੋਂ ਮੇਰੇ 13 ਚੋਂ 13 ਆ ਜਾਣਗੇ, ਉਹ ਭੁਲੇਖੇ 'ਚ ਹੁਣ। ਇਟ ਮੀਨਸ ਇਹ ਨਹੀਂ ਕਿ ਉਹਦੇ 10 ਨਹੀਂ ਆਉਣਗੇ, 10 ਆ ਜਾਣਗੇ, ਪਰ ਪੰਜਾਬੀ ਵਰਗੇ ਸਬਜੈਕਟ 'ਚ 3 ਨੰਬਰ ਕਟਾਉਣੇ ਕਿਉਂ ਆ? ਜਿਹਦਾ ਕਿ ਸਿਲੇਬਸ ਵੀ ਲਿਮਟਿਡ ਆ ਤੇ ਜਿਹਦਾ ਸੰਬੰਧ ਵੀ ਸਾਡੇ ਨਾਲ ਹੀ ਆ ਕਿ ਉਹ ਸਾਡੀ ਬੋਲੀ ਆ, ਉਹਦੇ 'ਚੋਂ ਜੇ 13 ਚੋਂ 13 ਲੈਣੇ ਆ ਤਾਂ ਕਿਸੇ ਵੀ ਚੰਗੇ ਟੀਚਰ ਦੇ YouTube ਤੇ ਜੇ ਲੈਕਚਰ ਪਏ ਆ ਜਿਹੜੇ ਕਿ ਨਰਿੰਦਰ ਦੁੱਗਲ ਨੂੰ ਪਾਰ ਕਰਦੇ ਹੋਣ, ਉਹ ਜ਼ਰੂਰ ਸੁਣਨੇ ਆ ਤੁਸੀਂ, ਤੇ ਜ਼ਰੂਰ ਉਹਨਾਂ ਨੂੰ ਆਪਣੀ ਕਿਤਾਬ ਦੇ ਵਿੱਚ ਨੋਟਸ ਦੇ ਰੂਪ ਦੇ ਵਿੱਚ ਐਡ ਕਰ ਲੈਣਾ ਹੈ। ਤਾਂ ਸਮਝ ਲਓ ਕਿ ਤੁਹਾਡੀ ਤਿਆਰੀ 'ਚ ਪੰਜਾਬੀ 'ਚ ਕੋਈ ਕਮੀ ਨਹੀਂ। ਤੇ ਜੇ ਕੋਈ ਕਹੇ ਕਿ ਸਰ ਤੁਸੀਂ ਤਾਂ ਐਵੇਂ ਹੀ ਕਰ ਰਹੇ ਹੋ, ਸੁਪਰਵਾਈਜ਼ਰ ਦਾ ਪੇਪਰ ਦੇਖ ਲਿਓ, ਤੁਹਾਨੂੰ ਆਪਣੇ ਆਪ ਕਲੀਅਰ ਹੋ ਜਾਊਗਾ ਕਿ ਨਾਈਲੈਟ ਤੁਸੀਂ ਕਹੋਗੇ ਸਰ ਇਹ ਤਾਂ ਇੱਕ ਪੇਪਰ 'ਚ ਪਾਈ ਆ,
यार ਜਿਹੜੀ ਏਜੰਸੀ ਇੱਕ ਪੇਪਰ 'ਚ ਜਿਹੜੇ ਲੈਵਲ ਤੱਕ ਜਾ ਸਕਦੀ ਹੈ ਨਾ ਉਸ ਲੈਵਲ ਤੱਕ ਤਾਂ ਉਹਦਾ ਪੇਪਰ ਤਿਆਰ ਕਰਕੇ ਜਾਓ। ਤੁਸੀਂ ਪੇਪਰ ਦੇਣ ਨਹੀਂ ਜਾ ਰਹੇ, ਤੁਸੀਂ ਉਸ ਪੇਪਰ ਨੂੰ ਦੇ ਕੇ ਲੱਗਣ ਜਾ ਰਹੇ ਹੋ ਨੌਕਰੀ ਤੇ। ਇਹ ਸੋਚ ਕੇ ਪੇਪਰ ਦੇਣ ਚਾਹੀਦਾ ਹੈ। ਜੇ ਤੁਸੀਂ ਸੋਚੋ ਸਰ ਕਿ ਲੈ ਇੱਕ ਹੀ ਪੇਪਰ ਔਖਾ ਪਾਇਆ ਬਾਕੀ ਤਾਂ ਸੌਖੇ ਪਾਏ ਆ, ਇਟ ਮੀਨਸ ਤੁਸੀਂ ਪੇਪਰ ਦੇਣ ਜਾ ਰਹੇ ਹੋ, ਜੋਬ ਲੱਗਣ ਨਹੀਂ ਜਾ ਰਹੇ। ਸੋ ਇਸ ਗੱਲ ਦਾ ਖਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਆ। ਮੈਨੂੰ ਲੱਗਦਾ ਮੈਂ ਇੰਗਲਿਸ਼ ਪੰਜਾਬੀ ਦਾ ਮਸਲਾ ਹੱਲ ਕਰਤਾ, ਮੈਥ ਰੀਜ਼ਨਿੰਗ ਦਾ ਕਰਤਾ, ਤੇ ਆਪਣਾ ਇਸ ਤੋਂ ਬਾਅਦ ਰਹਿ ਗਿਆ ਜੀ 16+9 25 ਨੰਬਰ ਦਾ ਕੰਪਿਊਟਰ ਪੰਜਾਬ। ਵਿਰਾਟ ਦੀ ਨਗਰੀ ਕਿਹੜਾ ਸ਼ਹਿਰ ਆ ਸਾਡਾ? ਠੀਕ ਆ। ਕ੍ਰਿਪਸ ਮਿਸ਼ਨ ਨਾਲ ਸਮਝੌਤਾ ਕਰਨ ਲਈ ਕਿਹੜਾ ਸਿੱਖ ਲੀਡਰ ਗਿਆ? ਤੁਸੀਂ ਕਹੋਗੇ ਇਹ ਸ਼ਬਦ ਕਿਉਂ ਬੋਲਿਆ ਮੈਂ? ਅਸਲ ਦੇ ਵਿੱਚ ਜਦੋਂ ਤੁਸੀਂ ਨਾਈਲੈਟ ਦੇ ਪੇਪਰਾਂ ਦੀ ਪੰਜਾਬ ਦੇਖਦੇ ਹੋ, ਕਈ ਵਾਰੀ ਅਸੀਂ ਸੋਚਦੇ ਹਾਂ ਕਿ ਫਲਾਣਾ ਸਵਾਲ ਤੇ ਅਸੀਂ ਸੁਣਿਆ ਹੀ ਨਹੀਂ ਕਦੀ। ਤੁਸੀਂ ਮੰਨ ਕੇ ਚੱਲੋ ਕਿ ਇਹਨਾਂ 16 ਚੋਂ 12 ਸਵਾਲ ਤੁਹਾਡੀ ਜਾਣ ਪਹਿਚਾਣ ਦੇ ਤੇ 4 ਤੁਹਾਡੀ ਕਿਸਮਤ ਨਾਲ ਤੁਹਾਡੇ ਹੋ ਸਕਦੇ ਹੋਣਗੇ। ਇਹ ਮੇਰੀ ਸਮਝ ਕਹਿੰਦੀ ਆ ਕਿ 3 ਤੋਂ 4 ਸਵਾਲ ਤਾਂ ਉਹ ਪੱਕਾ ਬਾਹਰੋਂ ਪਾਉਣਗੇ। ਜਿਹੜੀ ਕਿਤਾਬ ਤੁਹਾਨੂੰ ਪੰਜਾਬ ਦੀ ਜੀਕੇ ਨਾਲ ਸੰਬੰਧਿਤ ਤੁਹਾਡੇ ਹੱਥ ਆਉਂਦੀ ਆ ਤੇ ਤੁਹਾਡੀ ਤਿਆਰੀ ਪੂਰੀ ਆ, ਤੁਹਾਨੂੰ ਕੋਈ ਕਹਿ ਰਿਹਾ ਯਾਰ ਇਹ 'ਚ 20 ਸਵਾਲ ਨਵੇਂ ਆ ਉਹ ਵੀ ਪੜ੍ਹ ਦਿਓ, ਕੀ ਪਤਾ ਉੱਥੋਂ ਕੁਛ ਆ ਜੇ। ਮੈਂ ਨਹੀਂ ਕਹਿੰਦਾ ਕਿ ਉਹ ਕਿਤਾਬ ਵੇਖ ਕੇ ਪੇਪਰ ਸੈੱਟ ਕਰ ਦਿੰਦੇ ਆ। ਯਾਰ ਪੰਜਾਬ ਨਾਲ ਰਿਲੇਟਡ ਕਿਸੇ ਬੰਦੇ ਨੂੰ 4 ਗੱਲਾਂ ਪਤਾ, ਕਿਸੇ ਨੂੰ 5 ਗੱਲਾਂ ਪਤਾ, ਕੀ ਪਤਾ ਜਿਹੜੀ ਗੱਲ ਮੈਂ ਕਿਤਾਬ 'ਚ ਲਿਖਤੀ ਕੁਐਸਚਨ ਦੇ ਰੂਪ 'ਚ ਉਹੀ ਗੱਲ ਕਿਸੇ ਹੋਰ ਬੰਦੇ ਨੂੰ ਵੀ ਪਤਾ ਹੋਵੇ ਤੇ ਉਹਨੂੰ ਲੱਗਦਾ ਹੋਵੇ ਇਹ ਕਿਹੜਾ ਕਿਸੇ ਨੇ ਕਰਾਈ ਆ ਮੈਂ ਪਾ ਦਿੰਦਾ। ਜਿੰਨਾ ਪੰਜਾਬ ਦੀ ਜੀਕੇ 16 ਨੰਬਰ ਦੀ ਆਉਣੀ ਆ, ਯਾਰ ਜੇ 16 ਨੰਬਰ ਦਾ ਇੱਕ ਸਬਜੈਕਟ ਆਉਣਾ ਹੈ ਤਾਂ ਕਿਉਂ ਨਹੀਂ ਤੁਸੀਂ ਉਹਨੂੰ ਜਿੱਥੋਂ ਵੀ ਐਕਸਪਲੋਰ ਕਰ ਸਕਦੇ। ਕਈ ਵਾਰੀ ਮੈਨੂੰ ਕਹਿ ਦਿੰਦੇ ਕਿ ਸਰ ਤੁਸੀਂ ਪੰਜਾਬ ਜੀਕੇ ਦੇ ਬੜੇ ਔਖੇ ਸਵਾਲ ਪਾਤੇ ਤੁਸੀਂ ਆਪਣੀ ਟੈਸਟ ਸੀਰੀਜ਼ 'ਚ। ਯਾਰ ਪੰਜਾਬ ਦੀ ਜੀਕੇ ਆ, ਮੁੱਠੀ ਭਰ ਸਿਲੇਬਸ ਆ, ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਉਸ ਟੌਪਿਕ ਬਾਰੇ ਸਭ ਕੁਝ ਪਤਾ ਹੋਣਾ ਚਾਹੀਦਾ? ਕਿਉਂਕਿ ਕੀ ਪਤਾ ਜਿਹੜੀ ਏਜੰਸੀ ਪੇਪਰ ਸੈੱਟ ਕਰ ਰਹੀ ਹੈ ਉਹ ਇਹ ਸੋਚ ਕੇ ਸੈੱਟ ਕਰੇ ਕਿ 5 ਤੋਂ 6 ਸਵਾਲ ਤਾਂ ਪੰਜਾਬ ਜੀਕੇ ਦੇ ਕਿਸੇ ਕੋਲ ਨਿਕਲਣੇ ਨਹੀਂ ਚਾਹੀਦੇ। ਉਹ ਜਿਵੇਂ ਅੱਗੇ ਨੂੰ ਵਧਣਗੇ ਉਸ ਤੋਂ ਪਹਿਲਾਂ ਹੀ ਤੁਸੀਂ ਅੱਗੇ ਵੱਧ ਕੇ ਉਹ ਚੀਜ਼ਾਂ ਪੜ੍ਹ ਲਓ। ਹੁਣ ਮੈਂ ਸਵਾਲ ਪਾਇਆ ਸੀ ਕਿ ਜਦੋਂ ਭਗਤ ਸਿੰਘ ਨੂੰ ਫੈਂਸੀ ਹੋਣੀ ਸੀ ਤਾਂ ਫੈਸਲਾ ਜਿਸ ਟ੍ਰਿਬਿਊਨਲ ਨੇ ਦਿੱਤਾ ਉਹਦਾ ਜੱਜ ਕੌਣ ਸੀ? ਨੋਰਮਲ ਗੱਲ ਆ। ਕ੍ਰਿਪਸ ਮਿਸ਼ਨ ਨਾਲ ਸਮਝੌਤਾ ਕਰਨ 1942 'ਚ ਕਿਹੜਾ ਸਿੱਖ ਲੀਡਰ ਗਿਆ ਸਿੱਖਾਂ ਵੱਲੋਂ? ਓਬਵੀਅਸ ਜੀ ਗੱਲ ਆ, ਇੰਪੋਰਟੈਂਟ ਸਵਾਲ ਆ। ਠੀਕ ਆ। ਮਤਲਬ ਜਦੋਂ 1922 'ਚ ਪੰਜਾਬ ਨੂੰ ਲੈਫਟੀਨੈਂਟ ਗਵਰਨਰ ਦੀ ਪ੍ਰੋਵਿੰਸ ਤੋਂ ਗਵਰਨਰ ਦੀ ਪ੍ਰੋਵਿੰਸ 'ਚ ਤਬਦੀਲ ਕੀਤਾ ਗਿਆ 1919 ਵਾਲੇ ਐਕਟ ਨਾਲ, ਤਾਂ ਉਸ ਟਾਈਮ ਪੰਜਾਬ ਦਾ ਪਹਿਲਾ ਗਵਰਨਰ ਕੌਣ ਬਣਿਆ? ਜਦੋਂ 47 'ਚ ਪੰਜਾਬ ਆਜ਼ਾਦ ਹੋਇਆ ਜਾਂ ਭਾਰਤ ਆਜ਼ਾਦ ਹੋਇਆ ਉਸ ਟਾਈਮ ਲਾਸਟ ਕਿਹੜਾ ਬ੍ਰਿਟਿਸ਼ ਗਵਰਨਰ ਸੀ ਜਿਹੜਾ ਪੰਜਾਬ 'ਚ ਰਹਿ ਕੇ ਗਵਰਨਰ ਸੀ ਜਿਹੜਾ ਪੰਜਾਬ ਦੀ ਨੁਮਾਇੰਦਗੀ ਕਰਦਾ ਸੀ? ਕਿੱਡੀ ਔਖੀ ਗੱਲ ਆ। ਜੇ ਉਹ ਪੰਜਾਬ ਦਾ ਪਹਿਲਾ ਗਵਰਨਰ ਪੁੱਛ ਸਕਦੇ ਆ ਤੇ ਲਾਸਟ ਅੰਗਰੇਜ਼ ਗਵਰਨਰ ਨਹੀਂ ਪੁੱਛ ਸਕਦੇ? ਇਲੈਕਸ਼ਨ ਕਾਨੂੰਗੋ ਦੇ 2018 ਦੇ ਪੇਪਰ 'ਚ ਜੇ ਉਹ ਇਹ ਪੁੱਛ ਸਕਦੇ ਆ ਕਿ ਪੰਜਾਬ ਦਾ ਲਾਸਟ ਪ੍ਰੀਮੀਅਰ ਜਾਣੀ ਕਿ ਮੁੱਖ ਮੰਤਰੀ ਕੌਣ ਸੀ, ਤਾਂ ਲਾਸਟ ਬ੍ਰਿਟਿਸ਼ ਗਵਰਨਰ ਕਿਉਂ ਨਹੀਂ ਪੁੱਛ ਸਕਦੇ? ਕਿਉਂ ਤੁਸੀਂ ਮੈਨੂੰ ਇਹ ਕਹਿ ਸਕਦੇ ਹੋ ਕਿ ਸਰ ਤੁਸੀਂ ਇਸ ਚੀਜ਼ ਨੂੰ ਔਖਾ ਕਰਕੇ ਕਿਉਂ ਪਾਇਆ? ਯਾਦ ਰੱਖਿਓ PSSB ਦੀ ਇੱਕ ਖਾਸੀਅਤ ਆ ਕਿ ਪੇਪਰ 1 ਲਾਈਨਰ ਆਊਗਾ। ਇਹ ਕਿਤੇ ਨਹੀਂ ਕਿਹਾ ਕਿ ਪੇਪਰ ਸੌਖਾ ਹੀ ਆਊਗਾ। ਸੌਖਾ ਵੀ ਕਰਕੇ ਜਾਓ, ਔਖਾ ਵੀ ਤਿਆਰ। ਨਾਈਲੈਟ ਕਿਵੇਂ ਦੇ ਪੇਪਰ ਲੈਂਦੀ ਆ? ਤੁਸੀਂ ਕਹੋਗੇ ਸਰ ਪ੍ਰੂਫ ਦਿਓ, ਪ੍ਰੂਫ ਦੇ ਤੇ ਕਾਨੂੰਗੋ ਦਾ 2021 ਦਾ ਪੇਪਰ ਜਾਂ ਕਲਰਕ ਦੇ 2021 ਦੇ ਪੇਪਰ, ਜੇਲ੍ਹ ਵਾਰਡਨ ਦੇ 4 2021 ਦੇ ਪੇਪਰ, ਸੁਪਰਵਾਈਜ਼ਰ ਸੁਪਰੀਡੈਂਟੈਂਟ ਤੇ ਫੋਰੈਸਟ ਗਾਰਡ ਤੇ ਫੋਰੈਸਟ ਡਿਪਟੀ ਰੇਂਜਰ ਤੇ ਫੋਰੈਸਟਰ 2022 ਦੇ ਪੇਪਰ ਕਰ ਲਓ ਇਕੱਠੇ ਤੇ ਦੇਖੋ ਜਿਹੜੀ ਗੱਲ ਮੈਂ ਕਹੀ ਆ। ਟੈਕਨੀਕਲ ਅਸਿਸਟੈਂਟ 2021 ਦਾ ਪੇਪਰ, ਸਾਰੇ ਪੇਪਰ ਜਿਹੜੇ ਆ ਜੀ ਉਹ ਮੈਂ ਤੁਹਾਨੂੰ ਦੱਸਦੇ। ਈਵਨ ਕਿ ਮੈਂ ਮਾਸਟਰ ਕਲਾਸਿਸ ਪਟਿਆਲਾ ਦੀ ਐਪ ਦੇ ਵਿੱਚ ਵੀ ਪਾ ਦੂੰਗਾ। ਤੁਸੀਂ ਉੱਥੋਂ ਤੁਸੀਂ ਜੇ ਐਪ ਡਾਊਨਲੋਡ ਕਰਦੇ ਹੋ ਤਾਂ ਚੈਟ ਬਾਕਸ 'ਚ ਤੁਹਾਨੂੰ ਸਾਰਿਆਂ ਨੂੰ ਮਿਲ ਜਾਣਗੇ, ਉੱਥੇ ਪਏ ਹੋਣਗੇ ਤੁਹਾਡੇ ਆਪਣੇ ਪਰਸਨਲ, ਤਾਂ ਕਿ ਉਦੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕੋ ਯਾਰ ਕਿ ਕੁਛ ਗਲਤ ਤਾਂ ਨਹੀਂ ਕਿਹਾ ਹੋਇਆ ਇਹਦੇ 'ਚ, ਹਰ ਇੱਕ ਗੱਲ ਅਥੈਂਟਿਕ ਆ। 16 ਨੰਬਰ ਦੀ ਕੰਪਿਊਟਰ ਪੰਜਾਬ ਤੋਂ ਬਾਅਦ 9 ਨੰਬਰ ਦਾ ਕੰਪਿਊਟਰ। ਤੁਸੀਂ ਜੇ ਨਾਈਲੈਟ ਦਾ ਕੰਪਿਊਟਰ ਦੇਖਣਾ ਹੈ ਨਾ, ਇੱਕ ਗੱਲ ਬੜੀ ਕਾਮਨ ਆ, ਆਪਾਂ ਕਈ ਵਾਰੀ ਕਹਿ ਨਹੀਂ ਦਿੰਦੇ ਸਿੱਧੇ ਸਵਾਲ ਕੰਪਿਊਟਰ ਦੇ ਪਏ ਆ। ਨਾਈਲੈਟ ਦੇ ਪੇਪਰ 'ਚ ਮੈਂ ਇੱਕ ਗੱਲ ਦੇਖੀ ਆ, ਕੰਪਿਊਟਰ ਦੇ ਸਵਾਲ ਪੁਰਾਣੇ ਪੇਪਰਾਂ 'ਚੋਂ ਸਿੱਧੇ ਆ ਜਾਣ, ਇਹ ਅੱਧ ਤੱਕ ਸੱਚ ਆ। ਅੱਧ ਤੋਂ ਬਾਅਦ 9 ਚੋਂ 3 ਸਵਾਲ ਤੇ ਉਹ ਨਵੇਂ ਬਣਾਉਣਗੇ। ਉਹਦੀ ਵਜ੍ਹਾ ਹੈ ਨਾਈਲੈਟ ਇਲੈਕਟ੍ਰੋਨਿਕਸ ਨਾਲ ਸੰਬੰਧਿਤ ਏਜੰਸੀ ਆ ਸਾਡੀ, ਜਾਂ ਇੰਸਟੀਟਿਊਟ ਆ, ਏਜੰਸੀ ਤਾਂ ਨਹੀਂ ਇੰਸਟੀਟਿਊਟ ਆ ਸਾਡਾ। ਉਹਨਾਂ ਨੂੰ ਜਿੰਨੀ ਇਲੈਕਟ੍ਰੋਨਿਕਸ ਦੀ ਸਮਝ ਆ, ਉਹ ਚਾਹੇ ਕਿਤਿਓਂ ਵੀ ਸਵਾਲ ਚੱਕਣ, ਉਹ ਚਾਹੇ ਬਲੂਟੁੱਥ ਨਾਲ ਰਿਲੇਟਡ ਕੋਈ ਸਵਾਲ ਪੁੱਛ ਲੈਣ। ਹੁਣ ਜਦੋਂ ਉਹਨਾਂ ਨੂੰ ਬਲੂਟੁੱਥ ਦਾ ਸਭ ਪਤਾ ਹੈ, ਜੇਲ੍ਹ ਵਾਰਡਨ ਦੇ ਪੇਪਰ 'ਚ ਉਹਨਾਂ ਨੇ ਇਹੀ ਪੁੱਛ ਲਿਆ ਕਿ ਬਲੂਟੁੱਥ ਦਾ ਸੰਬੰਧ ਕਿਹੜੇ ਰਾਜੇ ਨਾਲ ਆ ਤੇ ਉਹ ਕਿਹੜੀ ਸਦੀ ਦਾ ਰਾਜਾ ਸੀ। ਬਲੂਟੁੱਥ ਦੇ ਵਿੱਚ ਕਿਹੜੀ ਟੈਕਨੋਲੋਜੀ ਯੂਜ਼ ਹੁੰਦੀ ਆ, GPS 'ਚ ਕਿਹੜੀ ਟੈਕਨੋਲੋਜੀ ਯੂਜ਼ ਹੁੰਦੀ ਆ, ਇਸ ਟੈਕਨੋਲੋਜੀ ਦੇ ਬੇਸ ਤੇ ਨਾਈਲੈਟ ਹੀ ਸਵਾਲ ਪੁੱਛ ਸਕਦਾ ਹੈ।
ਜੇ ਦੂਜੀਆਂ ਏਜੰਸੀਆਂ ਸਵਾਲ ਪਾਉਣਗੀਆਂ ਉਹ ਕਿਤੇੋਂ ਨੈੱਟ ਤੋਂ ਚੱਕ ਕੇ ਪਾਉਣਗੀਆਂ, ਇਹਨਾਂ ਨੂੰ ਨੈੱਟ ਤੋਂ ਚੱਕ ਕੇ ਪਾਉਣ ਦੀ ਲੋੜ ਨਹੀਂ। ਇਸ ਕਰਕੇ YouTube ਤੇ ਜੇ ਤੁਸੀਂ ਕਿਸੇ ਵੀ ਟੀਚਰ ਦੀ ਮੈਰਾਥਨ ਦੇਖ ਰਹੇ ਹੋ ਜਾਂ ਲੈਕਚਰ ਦੇਖ ਰਹੇ ਹੋ ਤਾਂ ਉਹਨਾਂ ਨੂੰ ਬੜੇ ਧਿਆਨ ਨਾਲ ਸੁਣਿਓ। ਉਹਦੀ ਵਜ੍ਹਾ ਪਤਾ ਕੀ ਆ? ਕਿਉਂਕਿ ਮੈਂ ਨਹੀਂ ਚਾਹੁੰਦਾ ਕਿ 9 ਚੋਂ ਤੁਹਾਡੇ ਹੱਦ 1 ਨੰਬਰ ਕੱਟਿਆ ਜਾਵੇ, ਇਹਦੇ ਚੋਂ ਇੱਥੋਂ ਨਾ ਨੰਬਰ ਕਟਾਇਓ। ਬਿਕੋਜ਼ ਨਾਈਲੈਟ ਦੇ 9 ਚੋਂ 6 ਸਵਾਲ ਬਿਲਕੁਲ ਸਿੰਪਲ ਆਉਣਗੇ, ਸ਼ਾਇਦ ਪੁਰਾਣੇ ਕਿਤੇ ਹੀ ਆ ਜਾਣ, ਪਰ ਤਿੰਨੋਂ ਵਧੀਆ ਬਣਾਉਂਦੇ ਆ ਨਵੇਂ ਜੇ ਸਵਾਲ, ਪਰ ਉਹ ਨਵੇਂ ਅਜੀਬ ਨਹੀਂ ਬਣਾਉਂਦੇ। ਜਿੰਨੇ ਥਿਊਰੀ ਪੜ੍ਹੀ ਹੁੰਦੀ ਆ ਕਿਸੇ ਚੰਗੇ ਟੀਚਰ ਤੋਂ ਉਹ ਕੱਢ ਹੀ ਦਿੰਦਾ ਹੈ। ਸੋ ਇਹ ਫਾਰਮੂਲਾ ਸੀਗਾ। ਹੁਣ ਜੇ ਕੋਈ ਮੈਨੂੰ ਪੁੱਛੇ ਕਿ ਸਰ ਤੁਸੀਂ ਕੀ ਕੀ ਦੱਸਿਆ, ਇੰਗਲਿਸ਼ ਜਮਾ 50, ਪੰਜਾਬੀ 25 ਨੰਬਰ ਦੀ, GK ਪਲੱਸ ਜਮਾ ਕਰੰਟ ਅਫੇਅਰ 25 ਨੰਬਰ ਦੇ, ਮੈਂ ਦੱਸ ਵੀ ਦਿੱਤਾ ਕਿ ਕਿੰਨਾ ਦੇ ਕਰੋ ਤੇ ਜ਼ਿਆਦਾ ਵਧੀਆ ਹੈ। 25 ਨੰਬਰ ਦੀ ਮੈਥ ਰੀਜ਼ਨਿੰਗ ਤੇ 25 ਦੀ ਕੰਪਿਊਟਰ ਪੰਜਾਬ GK। ਸੋ ਇਹ ਮਸਲਾ ਸੀਗਾ ਨਾਈਲੈਟ ਦੇ ਪੇਪਰ ਦਾ। ਰੈਫਰੈਂਸ ਪੇਪਰ ਵੀ ਦੱਸਦੇ, ਸਲਾਹ ਵੀ ਦੇਤੀ। ਬਸ ਇੱਕੋ ਚੀਜ਼ ਆ, ਘਬਰਾਇਓ ਨਾ। ਜੇ ਬਾਈ ਚਾਂਸ ਪੇਪਰ 'ਚ ਬੈਠੇ ਤੁਹਾਨੂੰ ਲੱਗਿਆ ਕਿ ਤੁਸੀਂ ਮਿਹਨਤ ਪੂਰੀ ਕੀਤੀ ਆ ਤੇ ਫਿਰ ਵੀ ਤੁਹਾਡਾ ਪੇਪਰ ਨਹੀਂ ਹੋ ਰਿਹਾ, ਇਹਦਾ ਮਤਲਬ ਉਹ ਪੇਪਰ ਸਭ ਲਈ ਔਖਾ ਹੈ। ਉੱਥੇ ਤੁੱਕਾ ਨਾ ਮਾਰਿਓ ਜੇ 4 ਆਪਸ਼ਨਸ ਬਿਲਕੁਲ ਵੀ ਪਤਾ ਨਹੀਂ, ਪਰ ਜੇ ਆਈਡੀਆ ਹੈਗਾ ਹੈ ਕਿ ਡਾਊਟ ਆ, ਮੈਨੂੰ ਲੱਗਦਾ ਹੈ ਕਿ ਇਹ ਠੀਕ ਆ ਕਿਉਂਕਿ ਮੈਨੂੰ ਪਤਾ ਹੈ, ਫਿਰ ਤੁੱਕਾ ਮਾਰਨ ਦੀ ਗੁੰਜਾਇਸ਼ ਨੂੰ ਰੱਖਿਓ। ਤੁਹਾਡਾ ਪੇਪਰ ਤੁਹਾਨੂੰ ਕਦੇ ਵੀ ਧੋਖਾ ਨਹੀਂ ਦਊਗਾ। ਬੈਸਟ ਆਫ ਲੱਕ, ਖਿੱਚ ਕੇ ਤਿਆਰੀ ਕਰੋ, ਠੀਕ ਆ। ਕਦੇ ਵੀ ਕਿਸੇ ਤਰੀਕੇ ਦੀ ਕੋਈ ਡਾਊਟ ਹੋਵੇ, ਸਕਰੀਨ ਤੇ ਨੰਬਰ ਆ, ਤੁਸੀਂ WhatsApp ਕਰ ਸਕਦੇ ਹੋ, ਕੋਈ ਸਲਾਹ ਲੈ ਸਕਦੇ ਹੋ। ਅੱਜ ਲਈ ਇੰਨਾ ਹੀ ਬਹੁਤ ਆ। ਧੰਨਵਾਦ।